ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਚੈਪਟਰ 4 ਵੈਬ ਡਿਵੈਲਪਮੈਂਟ ਸਟਾਰਟ ਕਰਾਂਗੇ। ਜਿਵੇਂ ਕਿ ਪਿਛਲੇ ਚੈਪਟਰ ਦੇ ਵਿੱਚ ਵੈਬਸਾਈਟ ਨੂੰ ਕਿਵੇਂ ਡਿਜ਼ਾਈਨ ਕੀਤਾ ਜਾ ਸਕਦਾ ਹੈ, ਕਿਵੇਂ ਉਸ ਨੂੰ ਵੱਖਰੇ ਤਰੀਕੇ ਨਾਲ ਫਰੇਮਸ ਜਾਂ ਬਾਕਸਿਸ ਦੇ ਵਿੱਚ ਵੰਡਿਆ ਜਾ ਸਕਦਾ ਹੈ। ਇਸ ਚੈਪਟਰ ਦੇ ਵਿੱਚ ਵੈਬਸਾਈਟ ਬਣਾਉਣ ਲਈ ਕੀ ਟੀਚਾ ਹੁੰਦਾ ਹੈ, ਕਿਉਂ ਵੈਬਸਾਈਟ ਬਣਾਈ ਜਾਂਦੀ ਹੈ ਤੇ ਕਿਸ ਖਾਤਰ, ਕਿਹਨਾਂ ਦੀ ਖਾਤਰ ਬਣਾਈ ਜਾਂਦੀ ਹੈ, ਉਸ ਦੇ ਬਾਰੇ ਪੜ੍ਹਾਂਗੇ। ਇਸ ਪਾਠ ਵਿੱਚ ਅਸੀਂ ਛੋਟੇ-ਛੋਟੇ ਪ੍ਰੋਜੈਕਟ ਬਣਾਵਾਂਗੇ ਅਤੇ ਅਸੀਂ ਇਹ ਵੀ ਸਿੱਖਾਂਗੇ ਕਿ ਵੈਬਸਾਈਟ ਨੂੰ ਕਿਵੇਂ ਯੋਜਨਾਬੰਦ ਤਰੀਕੇ ਨਾਲ ਤਿਆਰ ਕੀਤਾ ਅਤੇ ਇੰਟਰਨੈਟ 'ਤੇ ਕਿਵੇਂ ਲਾਂਚ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਛੋਟੇ-ਛੋਟੇ ਪ੍ਰੋਜੈਕਟਸ ਦੇ ਰੂਪ ਦੇ ਵਿੱਚ ਇਹ ਦੇਖਾਂਗੇ ਕਿ ਵੈਬਸਾਈਟ ਐਕਚੁਅਲ ਦੇ ਵਿੱਚ ਬਣਦੀ ਕਿਵੇਂ ਆ ਤੇ ਉਸ ਨੂੰ ਕਿਵੇਂ ਉਸਦੀ ਯੋਜਨਾਬੰਦੀ ਕਿਵੇਂ ਹੋਣੀ ਚਾਹੀਦੀ ਹੈ, ਕਿਸ ਲਿੰਕ ਨਾਲ ਕੀ ਖੁੱਲ੍ਹਣਾ ਚਾਹੀਦਾ ਹੈ ਤੇ ਕਿਹੜਾ ਪਾਰਟ ਕਿਸ ਦੇ ਬਾਅਦ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਵੈਬਸਾਈਟ ਬਣ ਗਈ ਹੈ ਤੇ ਉਸ ਨੂੰ ਇੰਟਰਨੈਟ 'ਤੇ ਕਿਵੇਂ ਲਾਂਚ ਕਰਨਾ ਹੈ, ਕਿਵੇਂ ਸੇਵ ਕਰਨਾ ਹੈ। ਇੱਕ ਵੈਬਸਾਈਟ ਨੂੰ ਡਿਜ਼ਾਈਨ ਕਰਨ ਲਈ ਮੁੱਖ ਤੌਰ 'ਤੇ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ ਵੈਬਸਾਈਟ ਦਾ ਟੀਚਾ, ਦਰਸ਼ਕਾਂ ਲਈ ਡਿਜ਼ਾਈਨਿੰਗ, ਕੰਮ ਦੀ ਰਣਨੀਤੀ, ਵਿਸ਼ਾ ਵਸਤੂ ਦਾ ਵਿਕਾਸ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖਾਂਗੇ ਕਿ ਡੋਮੇਨ ਨੇਮ ਕੀ ਹੁੰਦਾ ਹੈ। ਅਸੀਂ ਵੈਬਸਾਈਟ ਨੂੰ ਲਾਂਚ ਕਰਨ ਲਈ ਵੱਖ-ਵੱਖ ਕਦਮ, ਜਿਵੇਂ ਕਿ ਡੋਮੇਨ ਨਾਮ ਦੀ ਚੋਣ, ਡੋਮੇਨ ਨਾਮ ਦੀ ਰਜਿਸਟ੍ਰੇਸ਼ਨ, ਸਰਵਰ ਦੀ ਚੋਣ, ਵੈਬਸਾਈਟ ਦੀ ਆਨਲਾਈਨ ਅਤੇ ਆਫਲਾਈਨ ਜਾਂਚ ਕਰਨਾ, ਇਹ ਸਾਰੇ ਯੋਜਨਾਬੰਦੀ ਚਾਹੁੰਦੇ। ਵੈਬਸਾਈਟ ਦੀ ਯੋਜਨਾਬੰਦੀ ਸਹੀ ਯੋਜਨਾ ਦੁਆਰਾ ਵਿਕਸਿਤ ਕੀਤੀ ਗਈ ਵੈਬਸਾਈਟ ਹਮੇਸ਼ਾ ਪ੍ਰਭਾਵਸ਼ਾਲੀ ਹੁੰਦੀ ਹੈ। ਜੇ ਤੁਹਾਡੀ ਬਣਾਈ ਗਈ ਵੈਬਸਾਈਟ ਚੰਗੀ ਤਰ੍ਹਾਂ ਨਹੀਂ ਚੱਲਦੀ ਜਾਂ ਉਸ ਦੇ ਲਿੰਕ ਖਰਾਬ ਨੇ ਜਾਂ ਉਸ ਦਾ ਕੁਝ ਵੀ ਇਨਫੋਰਮੇਸ਼ਨ ਜਿਹੜੀ ਯੂਜ਼ਰ ਤੱਕ ਪਹੁੰਚਣੀ ਚਾਹੀਦੀ ਹੈ ਉਹ ਨਹੀਂ ਪਹੁੰਚ ਰਹੀ, ਤਾਂ ਉਹ ਉਨੀ ਪ੍ਰਭਾਵਸ਼ਾਲੀ ਨਹੀਂ ਸਾਬਿਤ ਹੁੰਦੀ। ਇੱਕ ਵੈਬਸਾਈਟ ਬਣਾਉਣ ਲਈ ਸਾਨੂੰ ਪਹਿਲਾਂ ਹੀ ਯੋਜਨਾ ਬਣਾਉਣੀ ਚਾਹੀਦੀ ਹੈ। ਜੇਕਰ ਸਹੀ ਯੋਜਨਾ ਨਾਲ ਕੰਮ ਕੀਤਾ ਜਾਵੇ ਤਾਂ ਵੈਬਸਾਈਟ ਬਣਾਉਣ ਦਾ ਉਦੇਸ਼ ਪੂਰਾ ਹੋਵੇਗਾ। ਇਸ ਲਈ ਸਾਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਸੰਚਾਰ ਕਰਨਾ ਚਾਹੁੰਦੇ ਹਾਂ ਅਤੇ ਤਕਨੀਕ ਦੀ ਵਰਤੋਂ ਕਰਕੇ ਅਸੀਂ ਆਪਣੇ ਦਰਸ਼ਕਾਂ ਨਾਲ ਵੈਬਸਾਈਟ ਰਾਹੀਂ ਗੱਲਬਾਤ ਕਰ ਸਕਦੇ ਹਾਂ। ਸਾਈਟ ਦਾ ਟੀਚਾ, ਕੀ ਮਨੋਰਥ ਹੁੰਦਾ ਹੈ, ਵੈਬਸਾਈਟ ਨੂੰ ਬਣਾਉਣ ਦਾ ਕੀ ਮਨੋਰਥ ਹੁੰਦਾ ਹੈ। ਤੁਸੀਂ ਆਪਣੀ ਵੈਬਸਾਈਟ ਲਾਂਚ ਕਰਨੀ ਹੈ, ਕਿਸ ਮਕਸਦ ਨਾਲ ਕਰਨੀ ਹੈ। ਇਹ ਉਦੇਸ਼ ਸਾਨੂੰ ਇਹ ਦੱਸਦਾ ਹੈ ਕਿ ਸਾਈਟ ਵਿੱਚ ਕੀ ਸ਼ਾਮਿਲ ਕਰਨਾ ਹੈ ਤੇ ਉਸ ਨੂੰ ਤੱਥਾਂ ਦੇ ਧਿਆਨਪੂਰਵਕ ਉਸੇ ਉਦੇਸ਼ ਨਾਲ ਡਿਜ਼ਾਈਨ ਕਰਨਾ ਪੈਂਦਾ। ਸਭ ਤੋਂ ਪਹਿਲਾਂ ਸੰਸਥਾ ਦਾ ਉਦੇਸ਼। ਵੈਬਸਾਈਟ ਬਣਾਉਣ ਵਾਲੀ ਸੰਸਥਾ ਜੋ ਵੈਬਸਾਈਟ ਬਣਾ ਰਹੀ ਹੈ ਉਸਦਾ ਉਦੇਸ਼ ਕੀ ਹੈ, ਉਹ ਦਰਸ਼ਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਹਨ, ਕੀ ਦੱਸਣਾ ਚਾਹੁੰਦੇ ਹਨ। ਵੈਬਸਾਈਟ ਦੇ 2 ਤੋਂ 3 ਮਹੱਤਵਪੂਰਨ ਉਦੇਸ਼। ਵੈਬਸਾਈਟ ਦੇ ਉੱਤੇ ਜਦੋਂ ਵੈਬਸਾਈਟ ਓਪਨ ਹੋਵੇ ਦਾ ਮੇਨ ਪੇਜ ਤੇ ਕੀ ਇਨਫੋਰਮੇਸ਼ਨ ਆਵੇ। ਵੈਬਸਾਈਟ ਨੂੰ ਵਿਕਸਿਤ ਕਰਨ ਦੀ ਵਿਧੀ, ਕਿਸ ਤਰ੍ਹਾਂ ਨਾਲ ਵਿਕਸਿਤ ਕਰਨੀ ਹੈ, ਕਿਸ ਤਰ੍ਹਾਂ ਉਹਨੂੰ ਇਵੋਲਵ ਕਰਨਾ ਹੈ। ਹੁਣ ਤੁਸੀਂ ਵੈਬਸਾਈਟ ਲਾਂਚ ਕਰਤੀ, ਅੱਗੇ ਦਰਸ਼ਕ ਵਧਣ ਨਾਲ ਉਸ ਨੂੰ ਕਿਵੇਂ ਹੋਰ ਅੱਗੇ ਲੈ ਕੇ ਜਾਣਾ ਹੈ ਤੇ ਸਟੈਪ ਬਾਈ ਸਟੈਪ ਉਹਨਾਂ ਨੂੰ ਕਿਵੇਂ ਦਰਸ਼ਕਾਂ ਤੱਕ ਪਹੁੰਚਾਉਣਾ ਹੈ। ਉਪਰੋਕਤ ਜ਼ਰੂਰਤਾਂ ਨੂੰ ਪੂਰਾ ਕਰਨਾ। ਸਭ ਤੋਂ ਪਹਿਲਾਂ ਤਾਂ ਕੀ ਇਹ 3 ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ। ਟੀਚਾ ਪ੍ਰਾਪਤ ਕਰਨ ਲਈ ਸਾਈਟ ਦੀ ਰਣਨੀਤੀ। ਜੇ ਤੁਹਾਡਾ ਕੋਈ ਟਾਰਗੇਟ ਹੈ, ਕੋਈ ਆਬਜੈਕਟਿਵ ਹੈ, ਤਾਂ ਉਸ ਨੂੰ ਕਿਸ ਰਣਨੀਤੀ ਨਾਲ ਤੁਸੀਂ ਲਾਂਚ ਕਰਨਾ ਚਾਹੁੰਦੇ ਹੋ। ਸਾਈਟ ਦੇ ਵਿਕਾਸ ਦਾ ਸਮਾਂ। ਇੱਕ ਵੈਬਸਾਈਟ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਹੈ, ਸਮਾਂ ਲੱਗਦਾ ਹੈ। ਸਾਈਟ ਨੂੰ ਅਪਡੇਟ ਕਰਨ ਦਾ ਸਮਾਂ, ਉਸ ਤੋਂ ਬਾਅਦ ਲਾਂਚ ਕਰਨ ਤੋਂ ਬਾਅਦ ਉਸ ਨੂੰ ਕਿੰਨੀ ਦੇਰ ਬਾਅਦ ਅਪਡੇਟ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਵੈਬਸਾਈਟ ਬਣਾਉਂਦੇ ਹਾਂ ਤਾਂ ਅਸੀਂ ਹਮੇਸ਼ਾ ਦਰਸ਼ਕਾਂ ਲਈ ਤਿਆਰ ਕਰਦੇ ਹਾਂ। ਵੈਬਸਾਈਟ ਦੇ ਉਦੇਸ਼ ਨੂੰ ਫਾਈਨਲ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੀ ਸਾਈਟ ਦੇ ਦਰਸ਼ਕਾਂ ਦੀ ਕਿਸਮ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਦਰਸ਼ਕ ਤੁਹਾਡੀ ਵੈਬਸਾਈਟ ਚਲਾਉਣਗੇ। ਕੀ ਉਹ ਬੱਚੇ ਹੋਣਗੇ, ਕੀ ਵਿਦਿਆਰਥੀ, ਕੀ ਵਕੀਲ, ਡਾਕਟਰ ਜਾਂ ਘਰੇਲੂ ਔਰਤਾਂ। ਕੌਣ ਦੇਖੇਗਾ ਉਸ ਵੈਬਸਾਈਟ ਨੂੰ।
ਜਿਵੇਂ ਕਿ YouTube, ਉਸ ਨੂੰ ਸਾਰੇ ਦੇਖਦੇ ਹਨ। ਉਸ ਦੇ ਵਿੱਚ ਟੀਚਾ ਕੀ ਹੁੰਦਾ ਹੈ? ਸਾਰੇ ਦਰਸ਼ਕਾਂ ਤੱਕ ਪਹੁੰਚਣਾ ਤੇ ਵੱਧ ਤੋਂ ਵੱਧ ਇਨਫੋਰਮੇਸ਼ਨ, ਗਾਣੇ, ਮਿਊਜ਼ਿਕ ਜਾਂ ਵੀਡੀਓਜ਼ ਦੇਣੀਆਂ। ਪੰਜਾਬ ਬੋਰਡ ਦੀ ਵੈਬਸਾਈਟ, ਉਸ ਦੇ ਵਿੱਚ ਸਿਰਫ ਵਿਦਿਆਰਥੀ ਜਾਂ ਪੇਰੈਂਟਸ ਹੀ ਲੌਗਇਨ ਕਰਦੇ ਹਨ, ਟੀਚਰ ਲੌਗਇਨ ਕਰਦੇ ਹਨ। ਸਾਈਟ ਤੋਂ ਉਹਨਾਂ ਦੀਆਂ ਉਮੀਦਾਂ ਬਾਰੇ ਵੀ ਧਿਆਨ ਰੱਖਾਂਗੇ ਕਿ ਜਦੋਂ ਵੈਬਸਾਈਟ ਖੋਲ੍ਹਣ ਤਾਂ ਕੀ ਉਮੀਦ ਲੈ ਕੇ ਖੋਲ੍ਹਣ ਤੇ ਕੀ ਉਹਨਾਂ ਨੂੰ ਉਹਨਾਂ ਦੀ ਉਮੀਦ ਪੂਰੀ ਹੁੰਦੀ ਹੈ। ਦੈਨ ਨੀਤੀ, ਸਟ੍ਰੈਟਜੀ, ਕਿਸ ਨੀਤੀ ਨਾਲ ਅੱਗੇ ਵਧਣਾ ਹੈ। ਜਦੋਂ ਤੁਸੀਂ ਕਿਸੇ ਖਾਸ ਸਾਈਟ ਨੂੰ ਬਣਾਉਣ ਦਾ ਫੈਸਲਾ ਕੀਤਾ ਹੋਵੇ ਤਾਂ ਤੁਹਾਨੂੰ ਇਸ ਦੇ ਕੰਮ ਦਾ ਸੰਬੰਧਿਤ ਰਣਨੀਤੀ ਬਾਰੇ ਸੋਚਣਾ ਹੀ ਪਵੇਗਾ। ਕੀ ਉਸ ਨੂੰ ਟੈਕਸਟ ਦੇਣਾ ਹੈ ਜ਼ਿਆਦਾ, ਕੀ ਉਸ ਨੂੰ ਆਡੀਓ ਦੇਣੀ ਹੈ, ਕੀ ਉਸ ਦੇ ਵਿੱਚ ਵੀਡੀਓ ਜ਼ਿਆਦਾ ਪਾਉਣੀਆਂ ਹਨ। ਇੱਕ ਸਧਾਰਨ ਵੈਬਸਾਈਟ ਚੰਗੀ ਅਤੇ ਸਮਝਣ ਵਿੱਚ ਸਰਲ ਹੋਣੀ ਚਾਹੀਦੀ ਹੈ, ਨਾ ਕਿ ਗੁੰਝਲਦਾਰ। ਫਿਰ ਉਸ ਦੇ ਵਿੱਚ ਸਮੱਗਰੀ ਮਤਲਬ ਕੰਟੈਂਟਸ ਕੀ ਹੋਣੇ ਚਾਹੀਦੇ ਹਨ। ਉਪਰੋਕਤ ਕਾਰਜਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਸਾਨੂੰ ਹੁਣ ਸਾਈਟ ਦੀ ਸਮੱਗਰੀ ਮਤਲਬ ਉਸ ਦੇ ਵਿੱਚ ਕਿਹੜਾ ਵਿਸ਼ਾ ਹੋਣਾ ਚਾਹੀਦਾ ਹੈ, ਕਿਸ ਨਾਂ ਦੇ ਹੇਠ ਉਹ ਦਰਜ ਹੋਣੀ ਚਾਹੀਦੀ ਹੈ, ਸਾਰਾ ਕੁਝ। ਕੀ ਉਸਦੇ ਸਾਰੇ ਲਿੰਕ, ਕੀ ਉਸਦੇ ਸਾਰੇ ਫਾਰਮ, ਸਾਰਾ ਕੁਝ ਕੰਮ ਕਰ ਰਿਹਾ ਹੈ, ਕੀ ਆਸਾਨੀ ਨਾਲ ਲੱਭ ਵੀ ਰਿਹਾ ਹੈ। ਵੈਬ ਲਾਗੂ ਕਰਨ ਦੇ ਨਿਰਦੇਸ਼, ਪੂਰੀ ਤਰ੍ਹਾਂ ਅਤੇ ਸਹੀ ਯੋਜਨਾ ਬਣਾਉਣ ਅਤੇ ਸੂਚਨਾਵਾਂ ਅਤੇ ਲਿੰਕਾਂ ਬਾਰੇ ਫੈਸਲਾ ਕਰਨ ਤੋਂ ਬਾਅਦ ਅਸੀਂ ਇਸ ਦੇ ਲਾਗੂ ਕਰਨ ਵਾਲੇ ਹਿੱਸੇ ਲਈ ਕੰਮ ਕਰਦੇ ਹਾਂ। ਅਸੀਂ ਸ਼ਾਇਦ ਜਾਣਦੇ ਹਾਂ ਕਿ ਸਾਡੀ ਵੈਬਸਾਈਟ ਦੀ ਸਮੱਗਰੀ ਇਸ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ। ਮਤਲਬ ਵੈਬਸਾਈਟ ਦੀ ਸਮੱਗਰੀ ਦਾ ਮਤਲਬ ਕਿ ਜਿਹੜਾ ਇਨਫੋਰਮੇਸ਼ਨ ਤੁਸੀਂ ਵੈਬਸਾਈਟ ਤੇ ਪ੍ਰਦਾਨ ਕੀਤੀ ਹੈ ਕਿ ਉਹ ਯੂਜ਼ਰ ਦੇ ਕੰਮ ਦੀ ਹੈ, ਕਿ ਉਸ ਨੂੰ ਲਾਭਦਾਇਕ ਹੈ, ਕਿ ਉਸ ਨਾਲ ਉਸ ਦਾ ਟੀਚਾ ਪੂਰਾ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਉਸ ਤੋਂ ਬਾਅਦ ਅਸੀਂ ਡੋਮੇਨ ਨਾਮ ਦੀ ਚੋਣ ਕਰਦੇ ਹਾਂ। ਡੋਮੇਨ ਨੇਮ ਹੁੰਦਾ ਹੈ ਕਿਸੇ ਵੈਬਸਾਈਟ ਦਾ ਐਡਰੈਸ। ਫਿਰ ਉਸ ਨੂੰ ਰਜਿਸਟਰ ਕਰਦੇ ਹਾਂ। ਫਿਰ ਇੱਕ ਸਰਵਰ ਦੀ ਵੀ ਚੋਣ ਕਰਨੀ ਪੈਂਦੀ ਹੈ ਜਿਸ 'ਤੇ ਤੁਸੀਂ ਟੈਂਪਰੇਰੀ ਉਸ ਨੂੰ ਅਪਡੇਟ ਕਰਨਾ ਹੈ। ਅਪਲੋਡ ਕਰਨ ਤੋਂ ਬਾਅਦ ਉਹ ਵੈਬਸਾਈਟ ਆਨਲਾਈਨ ਹੋ ਜਾਵੇਗੀ। ਫਿਰ ਉਸਦੇ ਵੈਬ ਇੰਪਲੀਮੈਂਟੇਸ਼ਨ ਪਲਾਨ ਮਤਲਬ ਵੈਬ ਦੇ ਉੱਤੇ ਕਿਵੇਂ ਚੱਲੇ। ਡੋਮੇਨ ਨਾਮ ਦੀ ਚੋਣ ਕਰਨੀ। ਡੋਮੇਨ ਨਾਮ ਸਾਡੀ ਸਾਈਟ ਦਾ ਪਤਾ ਹੈ। ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਡੋਮੇਨ ਨੇਮ ਕੀ ਹੁੰਦਾ? ਸਾਈਟ ਦਾ ਪਤਾ। ਕੋਈ ਡੋਮੇਨ ਨਾਮ ਚੁਣੋ ਜੋ ਸੰਖੇਪ ਮਤਲਬ ਛੋਟਾ ਹੋਵੇ, ਯਾਦ ਰੱਖਿਆ ਜਾ ਸਕੇ ਅਤੇ ਆਸਾਨੀ ਨਾਲ ਵੈਬਸਾਈਟ ਦੀ ਸਮੱਗਰੀ ਨੂੰ ਅਨੁਕੂਲ ਹੋਵੇ। ਕੁਝ ਟੌਪ ਲੈਵਲ ਡੋਮੇਨ ਜਿਵੇਂ ਕਿ .com ਮਤਲਬ ਕਮਰਸ਼ੀਅਲ ਵੈਬਸਾਈਟ, .edu ਮਤਲਬ ਐਜੂਕੇਸ਼ਨਲ ਵੈਬਸਾਈਟ, .organization and .net ਸ਼ਾਮਿਲ ਹਨ ਜੋ ਕ੍ਰਮਵਾਰ ਵਪਾਰਕ ਸਿੱਖਿਆ ਸੰਸਥਾ ਅਤੇ ਨੈਟਵਰਕ ਲਈ ਹਨ। ਇਸ ਵਿੱਚ ਸ਼ਾਮਿਲ ਅੱਖਰਾਂ ਦੀ ਗਿਣਤੀ ਵੱਧ ਤੋਂ ਵੱਧ 63 ਮਤਲਬ 63 ਹੋ ਸਕਦੀ ਹੈ। ਯਾਦ ਰੱਖਣਾ। ਡੋਮੇਨ ਨਾਮ ਨੂੰ ਰਜਿਸਟਰ ਕਰਨਾ। ਹੁਣ ਤੁਸੀਂ ਨੇਮ ਚੂਜ਼ ਕਰ ਲਿਆ, ਦੈਨ ਉਸ ਨੂੰ ਰਜਿਸਟਰ ਕਿਵੇਂ ਕਰਨਾ। ਡੋਮੇਨ ਨੇਮ ਬਾਰੇ ਫੈਸਲਾ ਕਰਨ ਤੋਂ ਬਾਅਦ ਅਸੀਂ ਇਸ ਨੂੰ ਰਜਿਸਟਰ ਕਰਾਉਣਾ ਹੈ। ਅਸੀਂ ਆਪਣੀ ਸਾਈਟ ਸਰਵਿਸ ਪ੍ਰੋਵਾਈਡਰ ਜੋ ਤੁਹਾਡੀ ਸਾਈਟ ਨੂੰ ਸਰਵਿਸ ਪ੍ਰੋਵਾਈਡ ਕਰ ਰਿਹਾ ਹੈ, ਜੋ ਤੁਹਾਨੂੰ ਇੰਟਰਨੈਟ ਸਰਵਿਸ ਪ੍ਰੋਵਾਈਡ ਕਰ ਰਿਹਾ ਹੈ, ਉਸ ਨਾਲ ਰਜਿਸਟਰ ਕਰਾਂਗੇ। ਸਰਵਿਸ ਪ੍ਰੋਵਾਈਡਰ ਸਾਨੂੰ ਇੱਕ ਫਾਰਮ ਭਰਨ ਲਈ ਕਹੇਗਾ ਅਤੇ ਇਸ ਦੇ ਰਜਿਸਟਰ ਲਈ ਫੀਸਾਂ ਵੀ ਲੈਂਦਾ ਹੈ। ਫਾਰਮ ਭਰਨ ਤੋਂ ਬਾਅਦ ਇਹ ਤਸਦੀਕ ਕੀਤਾ ਜਾਂਦਾ ਹੈ ਕਿ ਡੋਮੇਨ ਨਾਮ ਡਿਜ਼ਾਈਨਰ ਰਾਹੀਂ ਪ੍ਰਦਾਨ ਕੀਤੇ ਗਏ ਨਾਮ ਖਾਲੀ ਹੈ। ਮਤਲਬ ਕਿ ਜਿਹੜਾ ਤੁਸੀਂ ਨਾਮ ਚੁਣਿਆ ਹੈ, ਜੋ ਜਿਸਨੇ ਵੈਬਸਾਈਟ ਬਣਾਈ ਹੈ ਡਿਜ਼ਾਈਨਰ, ਕਿ ਜੋ ਉਸਨੇ ਨਾਮ ਚੁਣਿਆ ਹੈ ਕਿ ਉਹ ਪਹਿਲਾਂ ਤਾਂ ਨਹੀਂ ਕੋਈ ਯੂਜ਼ ਕਰ ਰਿਹਾ। ਹਮੇਸ਼ਾ ਯਾਦ ਰੱਖਣਾ ਤੁਹਾਡਾ ਡੋਮੇਨ ਨੇਮ ਮਤਲਬ ਵੈਬਸਾਈਟ ਦਾ ਐਡਰੈਸ ਇੱਕ ਯੂਨੀਕ ਹੁੰਦਾ ਹੈ। ਉਹ ਪਹਿਲਾਂ ਕਿਸੇ ਕੋਲੇ ਹੋ ਗਿਆ ਵੀ ਨਹੀਂ ਤੇ ਅੱਗੇ ਤੋਂ ਵੀ ਉਹ ਕਿਸੇ ਨੂੰ ਨਹੀਂ ਮਿਲੇਗਾ। ਜੇ ਨਾਮ ਉਪਲਬਧ ਹੈ ਤਾਂ ਈਮੇਲ ਰਾਹੀਂ ਰਜਿਸਟ੍ਰੇਸ਼ਨ ਬਾਰੇ ਪੁਸ਼ਟੀ ਸੰਦੇਸ਼ ਡਿਜ਼ਾਈਨਰ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਕ ਸਰਵਰ ਚੁਣਨਾ। ਹੁਣ ਤੁਸੀਂ ਡੋਮੇਨ ਨੇਮ ਰਜਿਸਟਰ ਕਰ ਲਿਆ ਸਾਰਾ, ਫਿਰ ਸਰਵਰ ਵੀ ਚੁਣਨਾ ਹੈ ਤੁਸੀਂ। ਸਾਈਟ ਨੂੰ ਇੰਟਰਨੈਟ ਉੱਤੇ ਪਬਲਿਸ਼ ਕਰਨ ਲਈ ਅਸੀਂ ਸਰਵਰ ਦੀ ਚੋਣ ਕਰਾਂਗੇ। ਹੁਣ ਤੁਸੀਂ ਵੈਬਸਾਈਟ ਬਣਾ ਲਈ, ਉਸ ਨੂੰ ਪਬਲਿਸ਼ ਵੀ ਤਾਂ ਕਰਨਾ ਹੈ, ਲੋਕਾਂ ਤੱਕ ਪਹੁੰਚਾਉਣਾ ਵੀ ਤਾਂ ਹੈ ਆਪਦੀ ਇਨਫੋਰਮੇਸ਼ਨ। ਇਹ ਬਹੁਤ ਮਹੱਤਵਪੂਰਨ ਕੰਮ ਹੈ ਅਤੇ ਇਸ ਦਾ ਬਹੁਤ ਮਹੱਤਵ ਹੈ। ਡਿਜ਼ਾਈਨਰ ਸਰਵਰ ਨੂੰ ਖਰੀਦ ਸਕਦਾ ਹੈ, ਯਾਦ ਰੱਖਣਾ ਖਰੀਦ ਸਕਦਾ ਹੈ, ਜਾਂ ਕਿਰਾਏ ਤੇ ਲੈ ਸਕਦਾ ਹੈ। ਜਿੱਥੇ ਸਾਡੀ ਸਾਈਟ ਨੂੰ ਸਥਾਈ ਤੌਰ ਤੇ ਰੱਖਿਆ ਜਾ ਸਕਦਾ ਹੈ, ਮਤਲਬ ਟੈਂਪਰੇਰੀ ਤੌਰ ਤੇ ਜਦੋਂ ਤੁਸੀਂ ਵੈਬਸਾਈਟ
अपनी हार्ड ड्राइव तो अपने कंप्यूटर तो ऑनलाइन किसी और सर्वर ते रखनी है, वो स्थाई तौर पर रखी जाती है। वैब वर्ड एक सर्वर की भूमिका बहुत महत्वपूर्ण है। अजिहे एक खास सर्वर का नाम है वैब सर्वर, जो भी तुसी किसी भी साइट नूं अपने ब्राउज़र ते खोल लेंदे हो। तुहानू होर बैंडविड्थ खरीदण की जरूरत हो सकती है। मान लो तुहाडा इन्फॉर्मेशन बहुत ज़्यादा अपडेट या डाउनलोड हो रही है, तो उसनू बैंडविड्थ की भी बहुत जरूरत पैंदी है, इसलिए उसनू भी खरीदना पै सकता है। वैब पेज का प्रबंध करना, जेकर किसी व्यक्ति नूं लोड़ींदी जानकारी 30 सेकंड के अंदर अंदर तुहाडी वैबसाइट ते नहीं लभ रही जो उसनू चाहिए है, तो वह चला जाएगा और वापस वो वैबसाइट ते नहीं विजिट करेगा। हुण ये टीचे दे विच आउंदा सारा कुछ कि यूज़र नूं दर्शकां नूं तुहाडी दित्ती गई इन्फॉर्मेशन छेती लभ रही है, जिन्नी छेती लभेगी उन्नी छेती वो अगे वधेगा। जे उसनूं 30 सेकंड के अंदर अंदर नहीं लभदी तो वैबसाइट ज़्यादातर तेज़ी नाल बंद कर दिंदे। अपनी वैबसाइट नूं हिस्सिਆਂ ਵਿੱਚ ਵੰਡਣਾ ਅਤੇ ਉਹਨਾਂ ਨੂੰ ਵਿਵਸਥਿਤ ਕਰਨਾ, ਫਿਰ ਹਰੇਕ ਪੰਨੇ ਦੇ ਸਿਖਰ ਉੱਤੇ ਭਾਗਾਂ ਨੂੰ ਲਿੰਕ ਪ੍ਰਦਾਨ ਕਰਨਾ। ਇਸੇ ਦੇ ਵਿੱਚ ਫਰੇਮਸ, ਲਿੰਕਸ ਇਹ ਸਾਰੇ ਇੱਥੇ ਕੰਮ ਆਉਂਦੇ ਹਨ। ਹਰ ਇੱਕ ਪੇਜ ਤੇ ਲਿੰਕ ਵੀ ਪ੍ਰਦਾਨ ਕਰਨਾ ਹੈ, ਤੁਸੀਂ ਉਹਨੂੰ ਫਰੇਮਸ ਦੇ ਵਿੱਚ ਵੀ ਵੰਡਣਾ ਹੈ। ਇਹ ਸਾਰਾ ਉਸੇ ਕਾਰਜਸ਼ੀਲੀ ਦੇ ਅਧੀਨ ਹੈ। ਇੱਕ ਵੈਬ ਪੇਜ ਦਾ ਸਾਈਜ਼ ਜੋ ਸਕਰੀਨਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ, मतलब जिस स्क्रीन ते खुल रहा है उसके साइज़ तो वध नहीं होना चाहिए। जे सानू लम्बे सफ़े का प्रयोग करना पवेगा तो बुक मार्क राहें इंटरनेट लिंक स्थापित करो, तो बुक मार्क सानू देना पवेगा। जे तुहाडा डॉक्यूमेंट एक स्क्रीन तो लंबा है तो दर्शकों लिए इसका सिर्फ एक ही हिस्सा दिखाओ, बाकी उसते जो जे उन्होंने डिटेल चाहिए है तो वो अपने आप क्लिक करके अगे बढ़ सकते हैं। दिख हुण तुहाडी वैबसाइट की दिख किवें होएगी, ये भी डिज़ाइनिंग का मेन हिस्सा है। वैब पेज की दिख वधिया होनी चाहिए है ਤਾਂ ਜੋ ਇਸ ਨੂੰ ਪੜ੍ਹਨ ਲਈ ਯੂਜ਼ਰ ਆਕਰਸ਼ਿਤ ਹੋ ਸਕਣ। ਹੁਣ ਤੁਸੀਂ ਸੋਚੋ ਕਿ ਤੁਹਾਡਾ ਸਕਰੀਨ ਦੇ ਜੋ ਬੈਕਗ੍ਰਾਉਂਡ ਹੈ ਵਾਈਟ ਹੈ ਤੇ ਟੈਕਸਟ ਬਲੈਕ ਹਨ, ਆਸਾਨੀ ਨਾਲ ਪੜ੍ਹਿਆ ਜਾ ਰਿਹਾ ਹੈ। ਜੇ ਬੈਕਗ੍ਰਾਉਂਡ ਵੀ ਡਾਰਕ ਕਲਰ ਦੀ ਹੋਵੇ ਤੇ ਉੱਥੇ ਟੈਕਸਟ ਵੀ ਡਾਰਕ ਕਲਰ ਦਾ ਹੋਵੇ ਤਾਂ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਆਏਗੀ, ਆਕਰਸ਼ਿਤ ਨਹੀਂ ਹੋਵੇਗਾ ਉਹ। ਤਾਂ ਤੁਹਾਡੇ ਗ੍ਰਾਫਿਕਸ ਜਿੰਨੇ ਵੀ ਤੁਸੀਂ ਐਨੀਮੇਸ਼ਨ, ਆਵਾਜ਼, ਵੀਡੀਓ ਜੋ ਵੀ ਦੇ ਰਹੇ ਹੋ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। अपना कोड वैलीडेट करना, हुण तुसी कोड किहड़ा है HTML, CSS, XHTML, जावास्क्रिप्ट अते XML वर्गे कोड जो तुसी HTML वैब पेज दे विच डिज़ाइन दे अंदर वरते हन कि वो वैलीडेट हन, कि वो चल रहे हन। ऑफलाइन टेस्टिंग, इस दा मतलब है सारे वैब पेजां नूं डिज़ाइन करन तो बाद हुण तुसीं वैबसाइट डिज़ाइन कर ली है तो उसनूं ऑफलाइन मतलब सर्वर दे उत्ते पाउण तो पहलां सारी वैबसाइट नूं चैक करो कि कल्ला कल्ला लिंक चल रहा है, कल्ली कल्ली इन्फॉर्मेशन अपने सही तरीके नाल चल रही है। ये सारी ऑफलाइन टेस्टिंग दे विच हुंदी है। उसनूं वखरे वखरे ब्राउज़र दे विच भी खोल के देखो कि सारे ब्राउज़र दे नाल कंपैटिबल है। साइट नूं अपलोड करना, हुण टेस्टिंग तो बाद उसनूं साइट नूं अपलोड करना है सर्वर ते। सारे दर्शकों लिए साइट नूं उपलब्ध कराउण दी क्रिया नूं अपलोड कहा जाता है। मतलब तुसीं अपनी फाइल एक सर्वर ते सेंड कर दिंदे हो या पक्के तौर ते उत्थे कॉपी करके स्थाई तौर ते रख दिंदे हो ताकि सारे दर्शक देख सकण उन्हां नूं। वैब पेजां नूं होस्ट ते ट्रांसफर करन लई सानूं फाइल ट्रांसफर प्रोटोकॉल FTP क्वालिटी की जरूरत होंदी है। इस उद्देश्य लिए पहला असी फाइल ट्रांसफर प्रोटोकॉल प्रोग्राम क्यूट FTP से सैट करते हाँ, फिर ऑनलाइन आने तो बाद अपनी फाइल अपलोड करते हाँ। मतलब फाइल ट्रांसफर प्रोटोकॉल मतलब तुसी जिन्ना भी डाटा बनाया है उसनूं किवें ट्रांसफर करना है। तुहाडे कंप्यूटर ते तुहाडी वैबसाइट की कॉपी नूं लोकल वर्जन कहा जाता है। हमेशा याद रखियो, लोकल वर्जन ते ऑनलाइन वर्जन वो वैब होस्ट द्वारा दिता जाता है। लोकल वर्जन हुंदा कि तुहाडे PC ते जो इन्फॉर्मेशन तुसी दित्ती है वो लोकली तुहाडे कोल ही है सिर्फ, पर वही तुसी सारी जदों वैबसाइट ते उत्ते सर्वर दे उत्ते अपलोड करदे हो तो ऑनलाइन हो जाती है। वैब होस्ट कॉपी नूं प्रोडक्शन वर्जन भी कहा जाता है जो तुसी प्रोड्यूस करनी है। ऑनलाइन टेस्टिंग, हुण तुहाडी फाइल सर्वर ते अपलोड हो चुकी है,
ਜਿਵੇਂ ਤੁਸੀਂ ਆਫਲਾਈਨ ਟੈਸਟਿੰਗ ਕੀਤੀ ਸੀ, ਚੈੱਕ ਕਰਕੇ ਦੇਖਿਆ ਸੀ ਕੱਲਾ ਕੱਲਾ ਲਿੰਕ, ਕੱਲੀ ਕੱਲੀ ਇਨਫੋਰਮੇਸ਼ਨ ਸਬਮਿਟ ਹੋ ਰਹੀ ਹੈ, ਰੀਸੈਟ ਹੋ ਰਿਹਾ ਹੈ, ਉਵੇਂ ਹੀ ਤੁਸੀਂ ਆਨਲਾਈਨ ਟੈਸਟਿੰਗ ਕਰਨੀ ਹੈ। ਬਰਾਊਜ਼ਰ ਨੂੰ ਖੋਲੋ ਅਤੇ ਸਾਈਟ ਦਾ URL ਟਾਈਪ ਕਰੋ, ਜਾਂਚ ਕਰੋ ਕਿ ਉਹ URL ਜੋ ਤੁਸੀਂ ਵੈਬਸਾਈਟ ਦਾ ਐਡਰੈਸ ਦਿੱਤਾ ਹੈ, ਯੂਨੀਫਾਰਮ ਰਿਸੋਰਸ ਲੋਕੇਟਰ ਡੋਮੇਨ ਨੇਮ ਦਿੱਤਾ ਹੈ, ਕਿ ਉਹ ਚੱਲ ਰਿਹਾ ਹੈ, ਖੁੱਲ ਰਿਹਾ ਹੈ ਸਹੀ ਤਰੀਕੇ ਨਾਲ। ਦੈਨ SEO, ਇਹਦੀ ਫੁੱਲ ਫਾਰਮ ਹੈ ਸਰਚ ਇੰਜਨ ਆਪਟੀਮਾਈਜੇਸ਼ਨ। मतलब जो सर्च इंजन है, ਕਿਹੜੇ ਗੂਗਲ ਹੋ ਗਿਆ, ਯਾਹੂ ਹੋ ਗਿਆ, ਜਿੰਨੇ ਵੀ ਤਰ੍ਹਾਂ ਦੇ ਸਰਚ ਇੰਜਨ ਹਨ, ਕੀ ਉਹ ਆਪਟੀਮਾਈਜ਼ ਕਰ ਰਹੇ ਹਨ, ਕੀ ਤੁਹਾਡੀ ਵੈਬਸਾਈਟ ਨੂੰ ਲੈ ਕੇ ਆ ਰਹੇ ਹਨ ਰਿਜ਼ਲਟਸ ਦੇ ਵਿੱਚ। ਮੈਟਾ ਅਤੇ ਆਲ ਟੈਗਸ ਦੀ ਵਰਤੋਂ ਇਹ ਯਕੀਨੀ ਬਣਾਓ ਕਿ ਕੀਤੀ ਜਾਂਦੀ ਹੈ ਕਿ ਵੈਬਸਾਈਟ ਯੂਜ਼ਰ ਵੱਲੋਂ ਸਰਚ ਕੀਤੇ ਜਾਣ ਵਾਲੇ ਕੀਵਰਡ ਨੂੰ ਸਹੀ ਦਰਸਾਉਂਦੀ ਹੈ। ਮੈਟਾ ਟੈਗਸ ਤੇ ਆਲ ਟੈਗਸ, ਜਦੋਂ ਤੁਸੀਂ ਲਿੰਕ ਪ੍ਰਦਾਨ ਕਰਦੇ ਹੋ, ਆਲ ਟੈਗ ਯੂਜ਼ ਕਰਦੇ ਹੋ ਤਾਂ ਕਿ ਤੁਹਾਡੀ ਇਨਫੋਰਮੇਸ਼ਨ ਜੋ ਕੀਵਰਡ ਹੈ ਉਹ ਸਾਹਮਣੇ ਯੂਜ਼ਰ ਦੇ ਆਵੇ। ਇਸੇ ਤਰ੍ਹਾਂ ਹੀ ਇਹ ਕੀਵਰਡ ਜਦੋਂ ਯੂਜ਼ਰ ਕੋਈ ਸਰਚ ਇੰਜਨ ਤੇ ਸਰਚ ਕਰਦਾ ਹੈ ਤੇ ਇਹ ਟੈਗਸ ਉੱਥੇ ਵੀ ਕੰਮ ਆਉਂਦੇ ਹਨ। ਇੰਸਟਾਲਿੰਗ ਵੈਬ ਐਨਾਲਿਟਿਕਸ, ਹੁਣ ਤੁਸੀਂ ਐਨਾਲਾਈਜ਼ ਵੀ ਕਰਨਾ ਹੈ। ਵੈਬਸਾਈਟ ਆਨਲਾਈਨ ਇੰਸਟਾਲ ਕਰਨਾ ਮਤਲਬ ਆਨਲਾਈਨ ਵੈਬਸਾਈਟ ਨੂੰ ਕਿਵੇਂ ਇੰਸਟਾਲ ਕਰਨਾ ਹੈ। ਆਪਣੀ ਵੈਬਸਾਈਟ ਦੀ ਸਫਲਤਾ ਅਤੇ ਮੌਜੂਦਾ ਸਥਿਤੀ ਦਾ ਪਤਾ ਲਗਾਉਣ ਲਈ ਵੈਬਸਾਈਟ ਵਿਸ਼ਲੇਸ਼ਣ ਸਥਾਪਿਤ ਕਰੋ। ਇਸ ਨਾਲ ਤੁਸੀਂ ਨਿਰੀਖਣ ਕਰਨ ਦੇ ਯੋਗ ਹੋਵੋਗੇ ਤੁਹਾਡੀ ਵੈਬਸਾਈਟ ਉੱਤੇ ਮਿਲਣ ਵਾਲੇ ਸਾਰੇ ਮੁਲਾਕਾਤਾਂ ਦੀ ਗਿਣਤੀ, ਵਿਜ਼ਟਰ ਦੀ ਗਿਣਤੀ ਸਹੀ ਹੈ, ਔਸਤਨ ਕਿੰਨੀ ਹੈ ਤੇ ਉਸ ਨੂੰ ਕਿਸ ਸਕੀਮ ਨਾਲ ਅੱਗੇ ਲੈ ਕੇ ਜਾਣਾ ਹੈ। ਵੈਬਸਾਈਟ ਨੂੰ ਪਬਲਿਸ਼ ਕਰਨ ਲਈ ਕੁਝ ਅਹਿਮ ਪਹਿਲੂ। ਸਭ ਤੋਂ ਪਹਿਲਾਂ SEO, ਸਰਚ ਇੰਜਨ ਆਪਟੀਮਾਈਜੇਸ਼ਨ। ਸਰਚ ਇੰਜਨ ਇੱਕ ਸਰਚ ਇੰਜਨ ਦੇ ਖੋਜ ਨੀਤੀਆਂ ਦਾ ਵੈਬ ਪੇਜ ਨੂੰ ਦਰਜਾਬੰਦ ਕਰਾਉਂਦਾ, ਜਿਵੇਂ ਕਿ ਗੂਗਲ, ਬਿੰਗ, ਯਾਹੂ। ਦੈਨ SMM, ਸੋਸ਼ਲ ਮੀਡੀਆ ਮਾਰਕੀਟਿੰਗ। ਹੁਣ ਤੁਸੀਂ ਵੈਬਸਾਈਟ ਤਾਂ ਬਣਾ ਲਈ, ਇਸ ਨੂੰ ਪ੍ਰਮੋਟ ਵੀ ਤਾਂ ਕਰਨਾ ਹੈ। ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਆਪਦੀ ਵੈਬਸਾਈਟ ਦੀ ਮਸ਼ਹੂਰੀ ਕਰੋਗੇ, ਮਾਰਕੀਟਿੰਗ ਕਰੋਗੇ, ਜੋ SMM ਦਾ ਟੀਚਰ ਦੇ ਆਧਾਰ ਤੇ ਹੁੰਦੀ ਹੈ। ਸੋਸ਼ਲ ਮੀਡੀਆ SMO, ਸੋਸ਼ਲ ਮੀਡੀਆ ਆਪਟੀਮਾਈਜੇਸ਼ਨ। ਵੈਬਸਾਈਟ ਨੂੰ ਪਬਲਿਸ਼ ਕਰਨ ਸਮੇਂ ਕੁਝ ਮਹੱਤਵਪੂਰਨ ਦਿਸ਼ਾ ਨਿਰਦੇਸ਼ ਜਾਂ ਚੈੱਕਲਿਸਟ, ਮਤਲਬ ਤੁਸੀਂ ਪਬਲਿਸ਼ ਕਰਨ ਲੱਗੇ ਸਭ ਤੋਂ ਪਹਿਲਾਂ ਕੀ ਦੇਖੋਗੇ, ਪੇਜ ਕੰਟੈਂਟ। ਕੀ ਤੁਹਾਡਾ ਪੇਜ ਕੰਟੈਂਟ, ਸਪੈਲਿੰਗ ਜੋ ਵੀ ਹੈ ਪੇਜ ਦੇ ਉੱਤੇ ਸਾਰਾ ਸਹੀ ਹੈ, ਕੀ ਵੀਡੀਓਜ਼ ਤੇ ਇਮੇजेस ਸਾਰੀਆਂ ਸਹੀ ਹਨ। ਡਿਜ਼ਾਈਨ, ਕੀ ਤੁਹਾਡਾ ਡਿਜ਼ਾਈਨ ਪ੍ਰਭਾਵਸ਼ਾਲੀ ਹੈ, ਪ੍ਰੈਕਟੀਕਲ ਹੈ, ਕੀ ਉਸਦੇ ਪਿਕਸਲ ਜ਼ਿਆਦਾ ਵੱਡੇ ਛੋਟੇ ਹੋਣ ਦੇ ਨਾਲ ਖਰਾਬ ਤਾਂ ਨਹੀਂ ਹੁੰਦੇ। ਦੈਨ ਫੰਕਸ਼ਨੈਲਿਟੀ, ਕੀ ਉਹ ਸਹੀ ਕੰਮ ਕਰ ਰਹੀ ਹੈ। ਦੈਨ ਸਰਚ, ਵੈਬ ਪੇਜ ਦੇ ਸਰਚ ਤੋਂ ਆ ਰਹੀ ਹੈ ਕਿ ਨਹੀਂ ਆ ਰਹੀ। ਕੀਵਰਡਸ ਕਿੰਨੇ ਹੋਣੇ ਚਾਹੀਦੇ ਹਨ। ਸਿਕਿਉਰਿਟੀ, ਸਭ ਤੋਂ ਜ਼ਰੂਰੀ, ਤੁਹਾਡੀ ਵੈਬਸਾਈਟ ਕਿੰਨੀ ਜ਼ਿਆਦਾ ਸਿਕਿਉਰ ਹੈ, ਕੀ ਯੂਜ਼ਰ ਦੁਆਰਾ ਭਰੀ ਗਈ ਇਨਫੋਰਮੇਸ਼ਨ ਕੋਈ ਹੋਰ ਤਾਂ ਨਹੀਂ ਦੇਖ ਸਕਦਾ ਤੁਹਾਡੇ ਤੋਂ ਇਲਾਵਾ। ਖਾਸ ਕਰਕੇ ਜੋ ਬੈਂਕ ਦੀਆਂ ਵੈਬਸਾਈਟਸ ਹੁੰਦੀਆਂ ਹਨ ਤਾਂ 24/7 24 ਘੰਟੇ 7 ਦਿਨ ਨਿਗਰਾਨੀ ਸਕ੍ਰਿਪਟ ਇੰਸਟਾਲ ਕੀਤੇ ਜਾਣੇ ਚਾਹੀਦੇ ਹਨ। ਬੈਂਕ ਐਪ ਮੰਤਵਾਂ ਲਈ ਫਾਈਨਲ ਵੈਬਸਾਈਟ ਦੀ ਕਾਪੀ ਕੀਤੀ ਜਾਂਦੀ ਹੈ। ਬੈਕਅਪ ਮੰਤਵਾ ਮਤਲਬ ਤੁਸੀਂ ਜੇ ਵੈਬਸਾਈਟ ਨੂੰ ਹੈਕ ਕਰਕੇ ਕਿਸੇ ਨੇ ਖਰਾਬ ਕਰਤੀ ਤਾਂ ਉਸ ਨੂੰ ਬੈਕਅਪ ਵੀ ਹੋਣਾ ਚਾਹੀਦਾ ਹੈ। ਵੈਬਸਾਈਟ ਦੀਆਂ ਚੱਲ ਰਹੀਆਂ ਕਾਪੀਆਂ ਨਿਯਮਿਤ ਆਧਾਰ ਤੇ ਬਣੀਆਂ ਅਤੇ ਸਟੋਰ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਪਾਸਵਰਡ ਪ੍ਰੋਪਰ ਲੱਗੇ ਹੋਣੇ ਚਾਹੀਦੇ। ਦੈਨ ਕੰਪਲਾਇੰਸ, ਕਿੰਨੀ ਅਨੁਕੂਲ ਹੈ ਯੂਜ਼ਰ ਦੇ ਲਈ। ਅੰਤ ਵਿੱਚ ਯਕੀਨੀ ਬਣਾਓ ਕਿ ਤੁਹਾਡੀ ਵੈਬਸਾਈਟ ਕਿਸੇ ਵੀ ਲਾਗੂ ਕਾਨੂੰਨ ਅਤੇ ਨਿਯਮਾਂ ਦੀ ਸਾਰਿਆਂ ਦੀ ਪਾਲਣਾ ਕਰਦੀ ਹੈ। ਇੰਟਰਨੈਟ ਕਾਨੂੰਨ ਦੀ ਪਾਲਣਾ ਜ਼ਰੂਰੀ ਹੈ ਅਤੇ ਹਰੇਕ ਇੰਡਸਟਰੀ ਦੇ ਆਪਣੇ ਨਿਯਮ ਅਤੇ ਸੈੱਟ ਹੁੰਦੇ ਹਨ। ਤੁਸੀਂ ਵੈਬਸਾਈਟ ਤਾਂ ਬਣਾਤੀ, ਹੁਣ ਤੁਸੀਂ ਸੋਚੋ ਕਿ ਉਹ ਸਾਰੇ ਕਾਨੂੰਨ ਜਾਂ ਨਿਯਮ ਫੋਲੋ ਕਰ ਰਹੀ ਹੈ ਜੋ ਤੁਹਾਡੀ ਸਰਕਾਰ ਨੇ ਤੈਅ ਕੀਤੇ ਹਨ ਜਾਂ ਤੁਹਾਡੀ ਸੰਸਥਾ ਨੇ ਤੈਅ ਕੀਤੇ ਹਨ। ਇਹ ਪ੍ਰਾਈਵੇਸੀ ਪ੍ਰੋਜੈਕਟ ਦੇ ਵਿੱਚ ਆਉਂਦਾ। ਹੁਣ ਆਓ ਕੁਝ ਇੱਕ ਪ੍ਰੋਜੈਕਟ ਦੇ ਬਾਰੇ ਗੱਲ ਕਰੀਏ। ਅਸੀਂ ਸਕੂਲ ਦੀ ਇੱਕ ਵੈਬਸਾਈਟ ਬਣਾਉਣਾ ਚਾਹਾਂਗੇ, ਸਕੂਲ ਦਾ ਇੱਕ ਪ੍ਰੋਜੈਕਟ ਬਣਾਉਣਾ ਚਾਹਾਂਗੇ। ਉਸ ਦੇ ਨਾਲ ਉਸੇ ਤਰ੍ਹਾਂ ਜੋ ਅਸੀਂ ਉੱਤੇ ਪੜ੍ਹਿਆ ਹੈ ਉਸ ਦੀ ਸਾਰੀ ਇਨਫੋਰਮੇਸ਼ਨ ਇਹਦੇ ਵਿੱਚ ਹੈ। ਤੁਸੀਂ ਆਪਣੇ ਘਰੇ PC ਦੇ ਉੱਤੇ ਜਾਂ ਫੋਨ ਦੇ ਉੱਤੇ HTML ਦੇ ਪੇਜ ਡਿਜ਼ਾਈਨ ਕਰੋ। ਕੋਸ਼ਿਸ਼ ਕਰੋ ਕਿ ਜੋ ਇਹ ਪ੍ਰੋਜੈਕਟ ਸਟੈਪ ਬਾਈ ਸਟੈਪ ਤੁਹਾਨੂੰ ਦਿਖਾਇਆ ਗਿਆ ਇਹ ਬਣਾਓ। ਇੱਕ ਵੈਬਸਾਈਟ ਜਾਂ ਤੁਸੀਂ ਆਪ ਦੀ ਇੱਕ ਵੈਬਸਾਈਟ ਲਾਂਚ ਕਰੋ, ਜ਼ਰੂਰੀ ਨਹੀਂ ਸਕੂਲ ਦੀ, ਤੁਸੀਂ ਆਪ ਦੇ ਨਾਂ ਦੀ ਇੱਕ ਵੈਬਸਾਈਟ ਲਾਂਚ ਕਰਕੇ ਦੇਖੋ। ਆਫਲਾਈਨ ਟੈਸਟਿੰਗ ਤੱਕ ਲੈ ਕੇ ਜਾਓ। ਆਹ ਦੇਖੋ, ਤੁਸੀਂ ਗਵਰਨਮੈਂਟ ਜਿਵੇਂ ਕਿ ਆਹ ਸਕੂਲ ਦੀ ਇੱਕ ਵੈਬਸਾਈਟ ਬਣਾਉਣਾ ਦਿਖਾ ਰਹੇ ਹਨ, ਉਸੇ ਤਰ੍ਹਾਂ ਇਸ ਦਾ ਟੀਚਾ, ਕੋਡਿੰਗ, ਆਹ ਸਾਰੀ ਕੋਡਿੰਗ ਆ ਗਈ, ਅਲੱਗ-ਅਲੱਗ ਟੈਗਸ ਦਿੱਤੇ ਗਏ ਹਨ।
दैन फैसिलिटीज़ किहड़ियां अवेलेबल हैं, मतलब जिहड़ा फैसिलिटीज़ वाला पेज है या फैकल्टी वाला पेज है, उस तो बाद तुसीं उवें टाइटल दे के अलग अलग पेजेस बना सकते हो। दैन सुपीरियर इंफ्रास्ट्रक्चर आ सारा उस तरह दिखेगा। दैन आ तुहाडा रजिस्ट्रेशन वाला पेज आ गया, फॉर्म वाला आ उसकी कोडिंग है, टेबल डाटा, टेबल रो, ऑप्शंस की ने। जो तुसी कोई भी वैबसाइट खोलते हो जिवें जिवें कि सिर्फ इन्नी की इन्फॉर्मेशन है, तो उसकी कोडिंग देखो कितनी ज़्यादा करनी पैंदी है। बट यूज़र दे लई वो सखाली होनी चाहिए है सारी इन्फॉर्मेशन। इसके कई तरह के कोड हैं। आ देखो फ्रेम्स की वरतों की गई है, इतने 3 फ्रेम्स हैं, इनू 50-50 तो इनू भी 50-50 वंडिया गया है। दैन फ्रेम्स नू किवें बैकग्राउंड किसका कलर देना है, जो असी लास्ट चैप्टर दे विच पढ़िया है। अलग अलग डिटेल्स, गैलरी फोटो, तो फोटो वाला पेज भी अलाउ करना है। उस दे विच की उपलब्ध है, वैबसाइट्स टू स्टूडेंट्स, अलग अलग वैबसाइट के लिंक भी दिते गए हैं। आ देखो हाइपर रेफरेंस टैग दे के। दैन कॉन्टैक्ट इन्फॉर्मेशन, जे तुहानू यूज़र कोई इन्फॉर्मेशन देना चाहता है, फीडबैक। ये सारी इन्हां दी कोडिंग अदे विच आ जाता है। इस दे नाल ही तुहाडा ये चैप्टर खत्म हुंदा है। कोशिश करो कि ये सारे टैग्स ते कोड्स लगा के देखो। जे कोई सवाल होवे या किसी टॉपिक के बारे ना पता लग्या होवे तां मैनू पुछ सकदे हो। धन्नवाद।